एक पासे गंदम की तैयारी करीब आ रही है तो दूजे पासे किसानों की मुश्किलात हल करने लई कोई अमली कदम नहीं चुकिया जा रहा। मजीद दस रहे ने जी बिल्कुल, जिस जगह ते मैं खड़ा हाँ ये अलीपुर ਚੱਠਾ ਦਾ ਇਲਾਕਾ ਕੋਟ ਜਾਨ ਬਖਸ਼ ਔਰ ਕੋਟ ਪਨਾਹ ਦਾ ਏਰੀਆ ਹੈ। ਕਦੀ ਇਸ ਇਲਾਕੇ ਦੇ ਵਿੱਚ ਸਿਰਫ ਚਾਵਲ ਮੁੰਜੀ ਹੁੰਦੀ ਸੀ, ਇਸ ਤੋਂ ਇਲਾਵਾ ਕੋਈ ਫਸਲ ਨਹੀਂ ਸੀ ਹੁੰਦੀ। ਫਿਰ ਕਿਸਾਨਾਂ ਨੇ ਆਪਣੀ ਮਿਹਨਤ ਕੀਤੀ, ਅੱਲਾ ਨੇ ਰੰਗ ਲਾਇਆ ਤੇ ਇਸ ਵਕਤ ਇਹ ਇਲਾਕਾ ਜਿਹੜਾ ਹੈ ਗੰਦਮ ਵਾਸਤੇ ਮਸ਼ਹੂਰ ਹੈ। ਜਿਸ ਤਰ੍ਹਾਂ ਚਾਵਲ ਇਸ ਇਲਾਕੇ ਦੇ ਮਸ਼ਹੂਰ ਨੇ, ਇਸ ਤਰ੍ਹਾਂ ਗੰਦਮ ਵੀ ਇਸ ਇਲਾਕੇ ਦੀ ਕਣਕ ਵੀ ਮਸ਼ਹੂਰ ਹੈ। ਕਦੀ ਉਹ ਵਕਤ ਹੁੰਦਾ ਸੀ ਇਸ ਇਲਾਕੇ ਦੀ ਕਣਕ ਪੂਰੀ ਕਰਨ ਵਾਸਤੇ, ਅਨਾਜ ਪੂਰਾ ਕਰਨ ਵਾਸਤੇ ਫੈਸਲਾਬਾਦ ਤੇ ਦੋ ਨਵਾਂ ਦੇ ਇਲਾਕਿਆਂ ਦੇ ਵਿੱਚੋਂ ਇਹ ਕਣਕ ਮੰਗਵਾਈ ਜਾਂਦੀ ਸੀ। ਹੁਣ ਅਲਹਮਦੁਲਿਲਾ ਸੁਮਾ ਅਲਹਮਦੁਲਿਲਾ ਇਸ ਇਲਾਕੇ ਦੀ ਕਣਕ ਜਿਹੜੀ ਹੈ ਇਹ ਇਲਾਕਾ ਨਹੀਂ ਖੁਦ ਕਫੀਲ, ਬਲਕਿ ਇਸ ਇਲਾਕੇ ਦੀ ਕਣਕ ਜਿਹੜੀ ਮੁਖਤਲਿਫ ਇਲਾਕਿਆਂ ਦੇ ਵਿੱਚ ਪਸੰਦ ਕੀਤੀ ਜਾਂਦੀ ਹੈ ਔਰ ਲੋਕ ਇਹਨੂੰ ਬੜੀ ਖੁਸ਼ ਜ਼ਾਇਕਾ ਸਮਝ ਕੇ ਖਾਂਦੇ ਨੇ। ਇਹ ਬਹੁਤ ਹੀ ਖੁਸ਼ ਜ਼ਾਇਕਾ ਕਣਕ ਹੈ। ਇੱਥੋਂ ਦੇ ਕਿਸਾਨ ਮੇਰੇ ਨਾਲ ਮੌਜੂਦ ਨੇ, ਉਹ ਕੀ ਆਂਦੇ ਨੇ ਉਹਨਾਂ ਨਾਲ ਵੀ ਗੱਲ ਕਰਨੇ ਆ। ਜੀ ਬਿਲकुल जी, ਤੁਸੀਂ ਅੱਖਾਂ ਨਾਲ ਵੇਖ ਰਹੇ ਹੋ ਕਣਕ ਸਾਡਾ ਇਲਾਕਾ ਅੱਛੀ ਪੈਦਾਵਾਰ ਪੈਦਾ ਕਰਨ ਦੀ ਸਲਾਹੀਅਤ ਰੱਖਦਾ ਹੈ। ਹਕੂਮਤ ਅੱਗੇ ਸਾਡੀ ਇਲਤਜਾ ਹੈ, ਅਪੀਲ ਹੈ ਕਿ ਸਾਨੂੰ ਬੀਜਾਂ 'ਚ ਖਾਦਾਂ ਵਿੱਚ ਸਬਸਿਡੀ ਦਿੱਤੀ ਜਾਏ ਤਾਂ ਕਿ ਆਇੰਦਾ ਆਉਣ ਵਾਲੀ ਜਿਹੜੀ ਫਸਲ ਹੈ ਇਹਦੇ ਤੋਂ ਬਿਹਤਰ ਕਾਸ਼ਤ ਕਰ ਸਕੀਏ। ਜੀ ਇਹਨਾਂ ਦਾ ਆਖਣਾ ਸੀ ਕਿ ਅਗਰ ਹਕੂਮਤ ਸਾਨੂੰ ਸਬਸਿਡੀ ਦੇਵੇ ਤੇ ਇਸ ਇਲਾਕਾ ਜਿਹੜਾ ਪੂਰੇ ਇਲਾਕੇ ਨਾਲ ਵਧੀਆ ਕਣਕ ਵੀ ਜਮਾ ਸਕਦਾ ਹੈ ਔਰ ਅਨਾਜ 'ਚ ਇਸ ਮੁਲਕ ਨੂੰ ਖੁਦ ਕਫੀਲ ਵੀ ਕਰ ਸਕਦਾ ਹੈ। ਔਰ ਇੱਥੇ ਮੈਂ ਇਹ ਵੀ ਕਹਿਣਾ ਜ਼ਰੂਰੀ ਸਮਝਣਾ ਕਿ ਇਹ ਜਿਹੜਾ ਇਸ ਇਲਾਕੇ ਦੀ ਕਣਕ ਔਰ ਜਿਹੜੀ ਜ਼ਰਾਇਤ ਹੈ ਇਸ ਮੁਲਕ ਦੀ ਰੀੜ੍ਹ ਦੀ ਹੱਡੀ ਵੀ ਕਿਹਾ ਜਾਂਦਾ ਹੈ। ਇਸ ਵਾਸਤੇ ਅਗਰ ਇਸ ਇਲਾਕੇ 'ਤੇ ਖਾਸ ਤਵੱਜੋ ਦਿੱਤੀ ਜਾਏ ਅਨਾਜ ਵਾਸਤੇ ਅਸੀਂ ਖੁਦ ਕਫੀਲ ਹੋ ਸਕਦੇ ਹਾਂ ਜੀ।